ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ। ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਜੀ ਦੀ ਬਾਣੀ। ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ। ਸਤਿਗੁਰੂ ਜੀ ਕਹਿੰਦੇ ਨੇ ਜਿਹਦੀ ਸਰਕਾਰ ਹੈ, ਜਿਸ ਦਾ ਸਭ ਉੱਤੇ ਅਧਿਕਾਰ ਹੈ, ਉਸੀ ਦਾ ਹੀ ਸਭ ਕੋਈ ਹੈ। ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ। ਇਸ ਤਰ੍ਹਾਂ ਗੁਰੂ ਦੇ ਸਨਮੁਖ ਹੋ ਕੇ ਕੰਮ ਕੀਤਾ ਜਾਏ। ਉਸ ਪ੍ਰਭੂ ਨੂੰ ਆਪਣੇ ਹਿਰਦੇ ਦੇ ਅੰਦਰ ਪੈਦਾ ਕਰਨ ਦੇ ਲਈ ਗੁਰੂ ਅੱਗੇ ਸਮਰਪਣ ਹੋਈਏ। ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ। ਜਿਹਦੇ ਅੰਦਰ ਸੱਚ ਵਸਦਾ ਹੈ, ਉਸ ਮਨੁੱਖ ਦੀ ਸ਼ੋਹਰਤ ਚਾਰੇ ਪਾਸੇ ਹੈ, ਉਹ ਸੱਚੀ ਹੈ। ਸਾਚ ਮਿਲੇ ਸੇ ਨਾ ਵਿਛੜੈ ਤਿਨ ਨਿਜ ਘਰ ਵਾਸਾ ਹੋਏ। ਜਿਨ੍ਹਾਂ ਨੂੰ ਇੱਕ ਵਾਰੀ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਦਾ ਆਪਣੇ ਨਿਜ ਘਰ ਦੇ ਅੰਦਰ ਵਾਸਾ ਹੋ ਜਾਂਦਾ ਹੈ। ਆਪਣੇ ਆਪ ਤੋਂ ਉਹ ਜਾਣੂ ਹੋ ਜਾਂਦੇ ਹਨ, ਸੱਚਾਈ ਨੂੰ ਉਹ ਪ੍ਰਾਪਤ ਹੋ ਜਾਂਦੇ ਹਨ। ਫਿਰ ਉਹ ਕਦੇ ਵਿਛੜਦੇ ਨਹੀਂ। ਜਦੋਂ ਕੋਈ ਸਾਧਕ ਹੈ ਸਫ਼ਰ 'ਤੇ ਨਿਕਲਦਾ ਹੈ ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ, ਸ਼ੁਰੂਆਤ ਵਿੱਚ ਇਸ ਤਰ੍ਹਾਂ ਦੇ ਪੜਾਅ ਹੁੰਦੇ ਨੇ ਜਿਨ੍ਹਾਂ ਵਿੱਚ ਉਸ ਨੂੰ ਲੱਗਦਾ ਹੈ ਕਿ ਉਸ ਦੇ ਅੰਦਰ ਇੱਕ ਆਨੰਦ ਪੈਦਾ ਹੋ ਗਿਆ ਹੈ, ਜਾਂ ਤਰ੍ਹਾਂ ਤਰ੍ਹਾਂ ਦੇ ਉਸ ਨੂੰ ਚੀਜ਼ਾਂ ਮਹਿਸੂਸ ਹੁੰਦੀਆਂ ਨੇ, ਘਟਨਾਵਾਂ ਉਸ ਦੇ ਨਾਲ ਘਟਦੀਆਂ ਨੇ। ਭਾਵੇਂ ਉਹ ਉਸ ਦਾ ਭਵਿੱਖ ਦੇਖਣ ਦਾ ਹੋਵੇ, ਚਾਹੇ ਉਸ ਦੇ ਪਿੱਛੇ ਗੁਜ਼ਰੇ ਸਮੇਂ ਦੀ ਜਾਣਕਾਰੀ ਦੇ ਬਾਬਤ ਹੋਵੇ। ਇਸ ਤਰ੍ਹਾਂ ਦੇ ਬਹੁਤ ਸਾਰੇ ਰਹੱਸਮਈ ਘਟਨਾਵਾਂ ਘਟਦੀਆਂ ਨੇ, ਪਰ ਉਹ ਪੂਰਨਤਾ ਦੇ ਵਿੱਚ ਨਹੀਂ ਹੁੰਦੀਆਂ। ਆਪਾਂ ਉਸ ਨੂੰ ਪੂਰਨ ਸੱਚ ਦੀ ਪ੍ਰਾਪਤੀ ਨਹੀਂ ਕਹਿ ਸਕਦੇ। ਜਿਨ੍ਹਾਂ ਨੂੰ ਇੱਕ ਵਾਰੀ ਸੱਚ ਦੀ ਪ੍ਰਾਪਤੀ ਹੋ ਗਈ, ਉਹ ਫਿਰ ਸਦਾਮਈ ਹੈ। ਉਹ ਇਹ ਨਹੀਂ ਹੈ ਕਿ ਇੱਕ ਵਾਰੀ ਸੱਚ ਮਿਲ ਗਿਆ ਉਸ ਤੋਂ ਬਾਅਦ ਉਹ ਥੱਲੇ ਗਿਆ, ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਪ੍ਰਾਪਤੀ ਸੱਚ ਮਿਲ ਗਿਆ, ਪੂਰਨ ਹੋ ਗਿਆ, ਫਿਰ ਉਹ ਪਰਮਾਤਮਾ ਦੀ ਤਰ੍ਹਾਂ ਉਸ ਦੇ ਵਿੱਚ ਹੀ ਸਮਾ ਗਿਆ। ਫਿਰ ਉਹ ਕਦੇ ਉਸ ਤੋਂ ਵਿਛੜਦਾ ਨਹੀਂ ਹੈ। ਇਹ ਗੱਲ ਸਤਿਗੁਰੂ ਜੀ ਆਖਣਾ ਕਰ ਰਹੇ ਹਨ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਇਹ ਮੇਰੇ ਰਾਮ, ਮੈਂ ਤੇਰੇ ਬਿਨਾ ਹੋਰ ਕਿਸੇ ਨੂੰ ਅਰਾਧਦਾ ਹੀ ਨਹੀਂ। हे मेरे प्रभु, हे मेरे हरि, हे मेरे राम, तेतों बिना होर कोई है ही नहीं। सतगुर सच प्रभ निर्मला शब्द मिलावा होए। उस प्रभु दे मिलाप उस गुरु दे शब्द विच जुड़िया हुंदा है, जो पवित्र स्वरूप है। सतगुरु प्रभु दे मिलाप का कारण बनता है, बख्शिश करता है। रहाओ शब्द मिले सो मिल रहे, जिसनों आपे लई मिलाए। जिसनों खुद मिलाउंदा है, हरी उस नूं मिल पींदा है अते उस नाल भेद होया रहिंदा है। दूजे भाई को ना मिले फिर आवे जाए। ਜਿਹੜਾ ਦਵੈਸ਼ ਵਿੱਚ ਹੈ ਉਸ ਨੂੰ ਨਹੀਂ ਮਿਲਦਾ। ਦਵੈਸ਼ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਆਪਣੀ ਹੋਂਦ ਨੂੰ ਦੇਖਣ ਲੱਗ ਜਾਂਦੇ ਹਾਂ। ਸਾਡੀ ਮੈਂ ਮੇਰੀ ਹੁੰਦੀ ਹੈ ਉਸ ਵਿੱਚ, ਅਤੇ ਉਸ ਦੇ ਨਾਲ ਹੀ ਅਸੀਂ ਦੂਸਰੇ ਲੋਕਾਂ ਨੂੰ ਮੰਨਦੇ ਹਾਂ, ਜਾਂ ਸੰਸਾਰ ਕਹਿ ਲਈਏ, ਜਾਂ ਸੰਸਾਰ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੈਕਟਿਸ ਕਰਦੇ ਹਾਂ। ਉਸ ਦਾ ਰੂਪ ਕੋਈ ਵੀ ਹੋ ਸਕਦਾ ਹੈ, ਸਮਾਜਿਕ ਹੋ ਸਕਦਾ ਹੈ, ਰਾਜਨੀਤਿਕ ਹੋ ਸਕਦਾ ਹੈ।
ਕੁਛ ਵੀ ਹੋ ਸਕਦਾ। ਜਿੱਥੇ ਸੈਕਿੰਡ ਦਰਜੇ ਨੂੰ ਅਸੀਂ ਦੂਸਰੇ ਬੰਦੇ ਨੂੰ ਜਿੱਥੇ ਜਾ ਕੇ ਅਸੀਂ ਉਸ ਨੂੰ ਤਰਜੀਹ ਦੇ ਦਿੱਤੀ, ਉੱਥੇ ਤੋਂ ਹੀ ਦਵੈਸ਼ ਦਾ ਆਰੰਭ ਹੋ ਜਾਂਦਾ ਹੈ। ਇੱਕ ਉੱਥੇ ਹੀ ਹੈ ਜਿੱਥੇ ਅਸੀਂ ਸਭ ਨੂੰ ਹੀ ਇੱਕ ਮੰਨ ਰਹੇ ਹਾਂ। ਇਹ ਸਾਰੀ ਦੁਨੀਆ ਦੇ ਅੰਦਰ ਜੋ ਵੀ ਹੈ ਬਸ ਉਹ ਪ੍ਰਭੂ ਹੈ, ਉਹ ਇੱਕ ਹੈ। ਜਿੱਥੇ ਅਸੀਂ ਦੂਸਰੇ ਵਿਅਕਤੀ ਨੂੰ ਲੈ ਆਏ, ਦੂਸਰੇ ਦਾ ਜ਼ਿਕਰ ਹੋ ਗਿਆ, ਉੱਥੇ ਹੀ ਦਵੈਸ਼ ਦਾ ਆਰੰਭ ਹੋ ਗਿਆ। ਸਮੇਂ ਇੱਕ ਵਰਤਦਾ ਇੱਕੋ ਰਿਹਾ ਸਮਾਏ, ਤੇ ਐਸੇ ਨੂੰ ਸਤਿਗੁਰੂ ਜੀ ਅੱਗੇ ਖੋਲ ਰਹੇ ਨੇ ਕਿ ਇੱਕ ਹੈ ਕਿ ਆਖਦੇ ਨੇ ਸਾਰਿਆਂ ਦੇ ਅੰਦਰ ਉਹੀ ਰਮਿਆ ਹੋਇਆ ਹੈ, ਹਰ ਥਾਂ ਵਿਆਪਕ ਹੈ। ਜਿਸਨੋਂ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਤੇ ਜਿਸ ਨੂੰ ਇੱਕ ਦਾ ਪ੍ਰਤੀਤ ਹੋਣਾ, ਉਸ ਦੀ ਕਿਰਪਾ ਦਾ ਪਾਤਰ ਬਣਨਾ ਹੈ। ਜਿਸ ਦਾ ਮੁਖ ਗੁਰੂ ਵੱਲ ਹੈ, ਉਸ ਦੇ ਜੀਵਨ ਵਿੱਚ ਨਾਮ ਹੈ ਤੇ ਫਿਰ ਪ੍ਰਭੂ ਹੈ। ਪੜ ਪੜ ਪੰਡਤ ਜੋਤ ਕੀ ਬਾਤ ਕਰੀ ਵਿਚਾਰ। ਸਤਿਗੁਰੂ ਜੀ ਕਹਿੰਦੇ ਨੇ ਕਈ ਲੋਕ ਬਹੁਤ ਧਰਮਾਂ ਦੇ ਗ੍ਰੰਥ ਪੜ੍ਹਦੇ ਨੇ, ਜਾਣਕਾਰੀ ਇਕੱਠੀ ਕਰਦੇ ਨੇ। ਜੋਤਸ਼ੀ ਲੋਕ ਨੇ, ਉਹਨਾਂ ਦਾ ਆਪਣਾ ਵਿਗਿਆਨ ਹੈ, ਉਹ ਵੀ ਗਿਆਨ ਹਾਸਲ ਕਰਦੇ ਨੇ, ਜਾਣਕਾਰੀ ਹਾਸਲ ਕਰਦੇ ਨੇ। ਫਿਰ ਉਸ ਤੋਂ ਬਾਅਦ ਉਹ ਵਾਦ ਕਰਦੇ ਨੇ, ਭਾਵ ਉਹ ਬਹਿਸ ਕਰਦੇ ਨੇ, ਆਪਣੀ ਜਾਣਕਾਰੀ ਦੀ ਉਹ ਪ੍ਰਦਰਸ਼ਨੀ ਕਰਦੇ ਨੇ, ਉਸ 'ਤੇ ਵਿਚਾਰਾਂ ਕਰਦੇ ਨੇ। ਮਤ ਬੁੱਧ ਭਵੀ ਨਾ ਬੁੱਝਈ ਅੰਤਰ ਲੋ ਵਿਕਾਰ। ਸਤਿਗੁਰੂ ਜੀ ਆਖਦੇ ਨੇ, ਕਹਿੰਦੇ ਮਤ ਤੇ ਇਹ ਜੋ ਬੁੱਧੀ ਹੈ, ਇਹ ਉਸ ਨੂੰ ਬੁੱਝਣ ਦੇ ਵਿੱਚ ਅਸਮਰੱਥ ਹੈ। ਤੇ ਫਿਰ ਜੇਕਰ ਅੰਦਰ ਲੋਭ ਆ ਜਾਏ, ਵਿਕਾਰ ਪੈਦਾ ਹੋ ਜਾਣ, ਉਹ ਫਿਰ ਹੋਰ ਵੀ ਨੁਕਸਾਨਦਾਇਕ ਨੇ। 184 ਭਰਮ ਦੇ ਭਰਮ ਭਰਮ ਹੋਏ ਖੁਆਰ। ਫਿਰ ਇਸ ਤਰ੍ਹਾਂ ਦੇ ਨਾਲ ਅਸੀਂ ਲੱਖਾਂ ਹੀ ਜੂਨਾਂ ਦੇ ਵਿੱਚ ਭਰਮਦੇ ਹਾਂ ਤੇ ਭਟਕਦੇ ਹਾਂ। ਪੂਰਬ ਲਿਖਿਆ ਕਮਾਵਣਾ ਕੋਈ ਨਾ ਮਿਟਣ ਹਾਰ। ਪਿਛਲੇ ਜਨਮਾਂ ਦਾ ਲਿਖਿਆ ਕਮਾ ਰਹੇ ਹਾਂ, ਕੋਈ ਇਸ ਨੂੰ ਮੇਟ ਨਹੀਂ ਸਕਦਾ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਪਰ ਗੁਰਾਂ ਦੀ ਜਿਹੜੀ ਸੇਵਾ ਹੈ ਉਹ ਬਹੁਤ ਔਖੀ ਹੈ। ਉਸ ਦੇ ਵਿੱਚ ਸਮਰਪਣ ਹੈ, ਆਪਣਾ ਆਪ ਗਵਾਉਣਾ ਹੈ। ਸ਼ਬਦ ਮਿਲ ਹੈ ਤਾਂ ਹਰ ਮਿਲੈ, ਸੇਵਾ ਪਵੈ ਸਭ ਥਾਏ। ਜੇਕਰ ਬੰਦੇ ਨੂੰ ਸ਼ਬਦ ਦੀ ਪ੍ਰਾਪਤੀ ਹੋ ਜਾਏ, ਫਿਰ ਉਸ ਨੂੰ ਹਰੀ ਮਿਲ ਪੈਂਦਾ ਹੈ ਤੇ ਉਸ ਦੀ ਜਿਹੜੀ ਸੇਵਾ ਹੈ ਉਹ ਪ੍ਰਵਾਨ ਹੋ ਜਾਂਦੀ ਹੈ। ਪਾਰਸ ਪਰਸੀਏ ਪਾਰਸ ਹੋਏ, ਜੋਤੀ ਜੋ ਸਮਾਏ। ਸਤਿਗੁਰੂ ਜੀ ਕਹਿੰਦੇ ਨੇ ਪਾਰਸ ਨੂੰ ਜਿਵੇਂ ਪਰਸਦੇ ਹਾਂ, ਪਾਰਸ ਹੋ ਜਾਈਦਾ ਹੈ। ਗੁਰੂ ਇਤਨਾ ਵੱਡਾ ਹੈ, ਅਸੀਂ ਗੁਰੂ ਦੇ ਕੋਲ ਜਾਂਦੇ ਹਾਂ, ਗੁਰੂ ਵਰਗੇ ਹੀ ਹੋ ਜਾਂਦੇ ਹਾਂ। ਪਰਮਾਤਮਾ ਦਾ ਆਰਾਧਨ ਕਰਦੇ ਹਾਂ, ਪਰਮਾਤਮਾ ਹੀ ਹੋ ਜਾਂਦੇ ਹਾਂ। ਜੋਤੀ ਦੇ ਵਿੱਚ ਜੋਤ ਰਲ ਜਾਂਦੀ ਹੈ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਜਿਨ੍ਹਾਂ ਦੇ ਪਿਛਲੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਹੈ ਪ੍ਰਭੂ ਦਾ ਮਿਲਾਪ, ਉਹਨਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ। ਮਨ ਭੁੱਖਾ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ। ਹੈ ਮੇਰੀ ਜਿੰਦੇ, ਤੂੰ ਭੋਜਨ ਸਮੱਗਰੀ ਤੋਂ ਬਗੈਰ ਹੋਰ ਬਾਰੇ ਵੀ ਪੁਕਾਰ ਨਾ ਕਰ, ਤੇ ਨਾ ਹੀ ਤੂੰ ਇਸ ਬਾਰੇ ਸ਼ਿਕਾਇਤ ਕਰ ਕਿ ਮੈਂ ਭੁੱਖਾ ਹਾਂ। ਇਸ ਬਾਰੇ ਤੂੰ ਗਿਲੇ ਸ਼ਿਕਵੇ ਨਾ ਕਰ। 184 ਜਿਨ ਸ੍ਰੀ ਸਬਸੈ ਦੀ ਆਧਾਰ। ਜਿਸ ਨੇ ਇਹ ਲੱਖਾਂ ਜੁਨੀਆਂ ਬਣਾਈਆਂ ਨੇ, ਉਹਨਾਂ ਨੂੰ ਆਹਾਰ ਵੀ ਦੇ ਰਿਹਾ ਹੈ। ਨਿਰਭਉ ਸਦਾ ਦਿਆਲ ਹੈ, ਸਭਨਾ ਕਰਦਾ ਸਾਰ। ਉਸ ਨੂੰ ਕਿਸੇ ਦਾ ਭੈ ਵੀ ਨਹੀਂ ਹੈ ਤੇ ਉਹ ਦਇਆ ਦਾ ਸੋਮਾ ਹੈ ਤੇ ਸਾਰਿਆਂ ਦੀ ਸਾਰ ਲੈਂਦਾ ਹੈ।
ਨਾਨਕ ਗੁਰਮੁਖ ਬੁੱਝੀਐ ਪਾਈਐ ਮੋਖ ਦੁਆਰ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੇ ਵੱਲ ਮੁਖ ਕੀਤਿਆਂ ਹੀ ਉਸ ਨੂੰ ਬੁੱਝਿਆ ਜਾਂਦਾ ਹੈ। ਜਦੋਂ ਉਸ ਨੂੰ ਸਮਝ ਲਿਆ, ਬੁੱਝ ਲਿਆ, ਤੇ ਫਿਰ ਸਾਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ। ਹੁਣ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹਨਾਂ ਨੇ ਆਪਣੇ ਆਪ ਦੇ ਵਿੱਚ ਵਾਸ ਕਰ ਲਿਆ। ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ। ਉਹਨਾਂ ਨੇ ਗੁਰੂ ਦੇ ਉਪਦੇਸ਼ ਨੂੰ ਸਲਾਹਿਆ ਹੈ ਤੇ ਉਸ ਦੇ ਗੁਣਾਂ ਨੂੰ ਆਪਣੇ ਅੰਦਰ ਗ੍ਰਹਿਣ ਕਰ ਲਿਆ ਹੈ। ਸ਼ਬਦ ਰਤੀ ਸੇ ਨਿਰਮਲੇ ਹੋ ਸਦ ਬਲਿਹਾਰੈ ਜਾਸ। ਸ਼ਬਦ ਨੂੰ ਕਮਾਉਣ ਦੇ ਨਾਲ ਉਸ ਦੇ ਅੰਦਰ ਰੰਗੇ ਗਏ ਨੇ, ਪਵਿੱਤਰਤਾ ਹਾਸਲ ਹੋ ਗਈ ਹੈ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਬਲਿਹਾਰ ਜਾਂਦੇ ਹਾਂ ਉਸ ਪ੍ਰਭੂ ਤੋਂ। ਹਿਰਦੈ ਜਿਨ ਕੇ ਹਰ ਵਸਾਏ ਤਿਤ ਘਟ ਹੈ ਪ੍ਰਗਾਸ। ਕਹਿੰਦੇ ਰੱਬੀ ਨੂਰ ਜਿਨ੍ਹਾਂ ਦੇ ਮਨਾਂ ਅੰਦਰ ਚਮਕਦਾ ਹੈ, ਵਸਦਾ ਹੈ, ਉਹਨਾਂ ਦੇ ਅੰਦਰ ਪ੍ਰਭੂ ਦਾ ਨਿਵਾਸ ਹੁੰਦਾ ਹੈ। ਮਨ ਮੇਰੇ ਹਰ ਹਰ ਨਿਰਮਲ ਧਿਆਏ। ਮੇਰੇ ਮਨਾ ਤੂੰ ਹਰ 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 ਸਮੇਂ ਧਿਆ। ਹਰੀ ਹਰ ਹਰੀ ਹਰ ਕਰਦਾ ਰਹਿ। ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵਲਾਏ। ਜਿਨ੍ਹਾਂ ਦੇ ਮੱਥੇ ਦਿਆਂ ਭਾਗਾਂ 'ਤੇ ਪਰਮਾਤਮਾ ਨੇ ਲੇਖ ਲਿਖ ਦਿੱਤਾ ਹੈ, ਉਹਨਾਂ ਦਾ ਮੁੱਖ ਗੁਰੂ ਵੱਲੋਂ ਹੈ ਅਤੇ ਉਹਨਾਂ ਦੀ ਲਿਵ ਹਮੇਸ਼ਾ ਲੱਗੀ ਰਹਿੰਦੀ ਹੈ। ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ। ਇਹ ਸਾਧੂ, ਇਹ ਸੰਤ ਜਨੋ ਦੇਖੋ ਕਿਤਨਾ ਨੇੜੇ ਵਸਦਾ ਹੈ ਪ੍ਰਭੂ, ਹਰ ਥਾਂ ਭਰਪੂਰ। ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਹਜੂਰ। ਗੁਰੂ ਦੀ ਮੱਤ ਦੇ ਨਾਲ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਹੈ, ਫਿਰ ਉਹ ਹਰ ਸਮੇਂ ਉਸ ਦੀ ਹਜ਼ੂਰੀ ਵਿੱਚ ਰਹਿੰਦੇ ਨੇ। ਜਿਨ ਗੁਣ ਤਿਨ ਸਦ ਮਨ ਵਸੈ ਉਹ ਗੁਣਵੰਤਿਆਂ ਦੂਰ। ਜਿਨ੍ਹਾਂ ਦੇ ਕੋਲ ਗੁਣ ਨੇ ਪ੍ਰਭੂ ਦੇ, ਉਹਨਾਂ ਦੇ ਮਨ ਵਿੱਚ ਵਸਦਾ ਹੈ ਅਤੇ ਫਿਰ ਜਿਹੜੇ ਔਗਣ ਹੁੰਦੇ ਨੇ ਉਹ ਹਮੇਸ਼ਾ ਦੂਰ ਰਹਿੰਦੇ ਨੇ। ਮਨਮੁਖ ਗੁਣ ਤੇ ਬਾਹਰੇ ਬਿਨਾ ਵੈ ਮਰਦੇ ਚੂਰ। ਜਿਹੜੇ ਆਪਣੇ ਮਨ ਨੂੰ ਮੁੱਖ ਰੱਖ ਕੇ ਚੱਲਦੇ ਨੇ ਉਹ ਗੁਣਾਂ ਤੋਂ ਬਾਹਰੇ ਨੇ। ਫਿਰ ਬਿਨਾਂ ਨਾਮ ਤੋਂ ਫਿਰ ਉਹ ਮਰ ਰਹੇ ਨੇ, ਹਮੇਸ਼ਾ ਝੂਰ ਰਹੇ ਨੇ। ਉਹਨਾਂ ਦੀ ਜ਼ਿੰਦਗੀ 'ਚ ਸਕੂਨ ਨਹੀਂ ਹੈ। ਮਨਮੁਖ ਦੀ ਜ਼ਿੰਦਗੀ ਵਿੱਚ ਸਕੂਨ ਨਹੀਂ ਹੁੰਦਾ। ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣ ਲਿਆ ਅਤੇ ਫਿਰ ਮੰਨ ਲਿਆ, ਫਿਰ ਉਹਨਾਂ ਦੇ ਮਨ ਦੇ ਵਿੱਚ ਹਰੀ ਪ੍ਰਭੂ ਦਾ ਨਾਮ ਧਿਆਨ ਦੇ ਨਾਲ ਉਹ ਅੰਦਰ ਫਿਰ ਸਿਮਰਦੇ ਰਹਿੰਦੇ ਨੇ ਪ੍ਰਭੂ ਨੂੰ। ਅਨਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਹੁਣ ਇਹ ਜਦੋਂ ਰੋਜ਼ ਉਸ ਦੀ ਦਿਨ ਰਾਤ ਭਗਤੀ ਕਰਦੇ ਨੇ, ਫਿਰ ਜਿਹੜਾ ਮਨ ਵੀ ਅਤੇ ਤਨ ਵੀ ਇਹ ਪਵਿੱਤਰ ਹੋ ਗਿਆ। ਮਨ ਜਿਹੜਾ ਚਿੰਨ੍ਹ ਹੈ ਉਹ ਸਾਡੀ ਅੰਤਰਾਤਮਾ ਦਾ ਹੈ। ਤਨ ਤੋਂ ਆਪਾਂ ਸਰੀਰ ਸਮਝਦੇ ਹੀ ਹਾਂ, ਕਿਉਂਕਿ ਸਾਡਾ ਸਰੀਰ ਦੋਹੇ ਸ਼ਕਤੀਆਂ ਦੇ ਨਾਲ ਇੱਕ ਸੰਤੁਲਨ 'ਚ ਚੱਲਦਾ ਹੈ। ਮਨ ਵੀ ਸਹੀ ਹੋਣਾ ਚਾਹੀਦਾ ਹੈ, ਤਨ ਵੀ। ਕੂੜਾ ਰੰਗ ਕਿਸੁੰਭ ਕਾ ਵਿੰਸ ਜਾਏ ਦੁੱਖ ਰੋਏ। ਜਿਹੜਾ ਝੂਠਾ ਮਾਇਆ ਦਾ ਰੰਗ ਹੈ ਉਹ ਕਸੁੰਭੇ ਦੇ ਫੁੱਲ ਦੀ ਰੰਗਤ ਜਿਹਾ ਹੈ, ਇਹ ਫਿਰ ਅਲੋਪ ਹੋ ਜਾਂਦਾ ਹੈ। ਇਨਸਾਨ ਅੰਦਰੋਂ ਰੋਂਦਾ ਹੈ ਦੁੱਖ ਦੇ ਵਿੱਚ। ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਤੇ ਰੋਏ। ਹੁਣ ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਨਾਮ ਹੈ ਉਹ ਸਦਾ ਹੀ ਉਸ ਦੇ ਅੰਦਰ ਜੁੜੇ ਰਹਿੰਦੇ ਨੇ, ਉਸ ਪ੍ਰਭੂ ਦੇ ਸਕੂਨ ਦੇ ਵਿੱਚ ਹਰ ਸਮੇਂ ਵਿਚਰਦੇ ਨੇ। ਪ੍ਰਭੂ ਪਰਮਾਤਮਾ ਦੀ ਕਿਰਪਾ ਨੂੰ ਹਰ ਸਮੇਂ ਮਾਣਦੇ ਰਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।